ਤਹੇ ਸ਼ਲੋਕ ਮਹੱਲਾ ਦੂਜਾ। ਜਿਨੇ ਚੱਲਣ ਜਾਣਿਆ ਸੇ ਕਿਉ ਕਰੇ ਵਿਥਾਰ। ਚੱਲਣ ਸਾਰ ਨ ਜਾਣੈ ਕਾਜ ਸਵਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਬਾਣੀ ਕੇ ਬੋਹਿਥ ਸ਼ਬਦਾ ਅਵਤਾਰ, ਕਲਯੁਗੀ ਜੀਵਾਂ ਦੇ ਉਧਾਰ ਕਰਤਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰ ਅਸਥਾਨ ਗੁਰਦੁਆਰਾ ਸ੍ਰੀ ਸਨ ਸਾਹਿਬ ਜੀ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਹੀ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਹਨ। ਸਤਿਗੁਰਾਂ ਦੀ ਮਰਿਆਦਾ ਦੇ ਅਨੁਸਾਰ ਪੰਜ ਬਾਣੀਆਂ ਨਿਤਨੇਮ ਆਸਾ ਦੀ ਵਾਰ ਦੇ ਕੀਰਤਨ ਅਰਦਾਸ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਕੁਝ ਕੁ ਸਮਾਂ ਆਪਾਂ ਸ਼ਬਦ ਦੀ ਵਿਚਾਰ ਕਰਾਂਗੇ। ਸਤਿਗੁਰਾਂ ਦਾ ਜੋ ਅੱਜ ਦਾ ਫੁਰਮਾਨ ਹੈ 787 ਤੇ 88 ਅੰਗ ਤੇ ਸੁਭਾਏਮਾਨ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਫੁਰਮਾਨ ਉਚਾਰਨ ਕੀਤਾ ਹੋਇਆ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਸਾਨੂੰ ਉਸ ਪਰਮਾਤਮਾ ਨੇ ਨਾਲ ਜੁੜਨ ਵਾਸਤੇ ਸਾਡੇ ਅੰਦਰ ਵਿਰਾਗ ਪੈਦਾ ਹੋਵੇ ਕਿ ਅਸੀਂ ਇਸ ਸੰਸਾਰ ਤੇ ਆਏ ਹਾਂ ਤੇ ਇੱਕ ਦਿਨ ਇੱਥੋਂ ਜਾਣਾ ਹੈ। ਕਿਉਂਕਿ ਵੱਡੇ ਵੱਡੇ ਰਾਜੇ ਮੁਨੀ ਦੇਵਤੇ ਪੀਰ ਪੈਗੰਬਰ ਅਵਤਾਰ ਔਲੀਏ ਇਸ ਧਰਤੀ ਤੇ ਆਏ, ਪਰ ਸਮੇਂ ਦੇ ਨਾਲ ਜਿਹੜੀ ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਲਿਖੀ ਹੈ ਉਹ ਮਨੁੱਖ ਨੂੰ ਜਾਣਾ ਪਵੇਗਾ। ਭਾਵੇਂ 4 ਯੁੱਗ ਇਹਦੀ ਉਮਰ ਹੋ ਜਾਵੇ, ਹੋਰ ਦਸੂਣੀ ਵੀ ਹੋ ਜਾਵੇ। ਜੇ ਜੁਗ ਚਾਰੇ ਆਰਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕਾਏ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ। ਸਤਿਗੁਰੂ ਜੀ ਕਹਿੰਦੇ ਜੇ ਇਸ ਮਨੁੱਖ ਦੀ 4 ਯੁੱਗ ਵੀ ਉਮਰ ਹੋ ਜਾਵੇ, ਉਹਦੇ ਨਾਲ 10 ਗੁਣਾ ਹੋਰ ਵੱਧ ਜਾਵੇ। ਨਵਾਂ ਖੰਡਾਂ ਦੇ ਵਿੱਚ ਇਹਦਾ ਇੱਕ ਧਰਤੀ ਤੇ ਰਾਜ ਨਹੀਂ। ਜਿੰਨੀਆਂ ਧਰਤੀਆਂ ਖੰਡ ਬ੍ਰਹਿਮੰਡ ਹਨ ਉੱਥੇ ਇਹਦਾ ਰਾਜ ਹੋਵੇ। ਹਰ ਕੋਈ ਇਹਦੇ ਨਾਲ ਚੱਲਦਾ ਹੋਵੇ, ਇਹਦੀ ਚੰਗੀ ਪਹੁੰਚ ਹੋਵੇ। ਪਰ ਜਿੰਨਾ ਚਿਰ ਇਹ ਪਰਮਾਤਮਾ ਦੀ ਨਜ਼ਰ ਵਿੱਚ ਮਨੁੱਖ ਆਉਂਦਾ ਨਹੀਂ ਹੈ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕਿ ਫਿਰ ਇਹਨੂੰ ਕੋਈ ਵੀ ਬਾਤ ਪੁੱਛਣ ਵਾਲਾ ਨਹੀਂ, ਇਹਦੀ ਸਾਰ ਸੰਭਾਲ ਕਰਨ ਵਾਲਾ ਨਹੀਂ। ਕਿਉਂਕਿ ਜਿੰਨਾ ਚਿਰ ਇਹ ਪਰਮਾਤਮਾ ਦੇ ਨਾਲ ਜੁੜਦਾ ਨਹੀਂ ਹੈ, ਨਾਮ ਨਹੀਂ ਜਪਦਾ, ਨਾਮ ਤੋਂ ਬਗੈਰ ਇਸ ਮਨੁੱਖ ਨੂੰ ਉਹ ਪਰਮਾਤਮਾ ਦੇ ਦਰੋਂ ਘਰੋਂ ਵਡਿਆਈ ਨਹੀਂ ਪ੍ਰਾਪਤ ਹੁੰਦੀ। ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੇ ਨਾਮ ਭਜਨ ਸਿਮਰਨ ਬੰਦਗੀ ਤੋਂ ਬਗੈਰ ਇਹ ਮਨੁੱਖ ਤੇਰਾ ਕੋਈ ਵੀ ਛੁਟਕਾਰਾ ਨਹੀਂ। ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ। ਜਿੰਨੀਆਂ ਵੀ ਮਨੁੱਖ ਦੀਆਂ ਆਸਾਂ ਹੈ, ਤ੍ਰਿਸ਼ਨਾਏ, ਮਨਸਾਏ, ਇਹ ਮਨੁੱਖ ਨੂੰ ਬੰਧਨ ਪਾਉਣ ਵਾਲੀਆਂ ਸੰਸਾਰਿਕ ਜਿਹੜੇ ਕੰਮ ਹਨ ਇਹ ਮਨੁੱਖ ਨੂੰ ਬੰਧਨ ਪੈਦਾ ਕਰਦੇ ਹਨ ਕਿ ਪਰਮਾਤਮਾ ਦਾ ਨਾਮ ਚੇਤੇ ਵਿੱਚ ਨਹੀਂ ਆਉਣ ਦਿੰਦੇ।
ਤੇ ਇਹਨਾਂ ਦੇ ਵਿੱਚ ਹੀ ਮਨੁੱਖ ਸਦਾ ਲੱਗਾ ਰਹਿੰਦਾ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਸਤਿਗੁਰੂ ਜੀ ਕਹਿੰਦੇ ਕਿ ਇਸ ਮਨੁੱਖ ਨੂੰ ਖਾਣਾ ਪੀਣਾ ਤੇ ਹੱਸਣਾ ਸੌਣਾ ਇਹ ਚਾਰ ਕੰਮ ਜਿਹੜੇ ਉਹ ਚੇਤੇ ਆ। ਜਿਹੜਾ ਅਸਲੀ ਇਹਨੇ ਚੇਤੇ ਕਰਨਾ ਸੀ ਕਿ ਇੱਕ ਦਿਨ ਇੱਥੋਂ ਚਲੇ ਜਾਣਾ ਹੈ। ਜਿਹੜਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅੱਜ ਫੁਰਮਾਨ ਬਖਸ਼ਿਸ਼ ਕੀਤਾ ਹੈ ਨਾ ਕਿ ਜਿੰਨੇ ਚੱਲਣ ਜਾਣਿਆ, ਜਿਨ੍ਹਾਂ ਨੇ ਇਹ ਗੱਲ ਨੂੰ ਸਮਝ ਲਿਆ ਕਿ ਇੱਥੋਂ ਇੱਕ ਦਿਨ ਚਲੇ ਜਾਣਾ ਹੈ, ਉਹਨਾਂ ਨੂੰ ਉਹ ਪਰਮਾਤਮਾ ਵਿਸਰਦਾ ਨਹੀਂ ਹੈ। ਅਤੇ ਜਿਨ੍ਹਾਂ ਨੂੰ ਵਿਸਰਿਆ ਉਹਨਾਂ ਯਾਦ ਕੀ ਰੱਖਿਆ ਹੈ, ਖਾਣਾ ਪੀਣਾ ਹੱਸਣਾ ਸੌਣਾ। ਅਸਲੀ ਜਿਹੜੀ ਗੱਲ ਹੀ ਸਤਿਗੁਰੂ ਜੀ ਕਹਿੰਦੇ ਵਿਸਰ ਗਿਆ ਹੈ ਮਰਨਾ। ਇਹ ਦੁਨੀਆ ਤੇ ਆਇਆ ਹੀ ਇਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਬਣਾ ਲਿਆ ਕਿ ਸ਼ਾਇਦ ਮੇਰਾ ਇਹ ਅਸਲੀ ਨਿਜ ਘਰ ਟਿਕਾਣਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਇਹ ਤੇਰਾ ਅਸਲੀ ਘਰ ਨਹੀਂ ਹੈ। ਅਸਲੀ ਘਰ ਉਹ ਹੈ ਜਿੱਥੋਂ ਤੂੰ ਆਇਆ, ਜਿੱਥੋਂ ਤੇਰੇ ਪਰਮਾਤਮਾ ਨੇ ਜੋਤ ਰੱਖੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਕਿ ਹੇ ਮਨ ਤੂੰ ਜੋਤ ਸਰੂਪ ਹੈ, ਉਹ ਪਰਮਾਤਮਾ ਦੀ ਜੋਤ ਵਿੱਚੋਂ ਤੇਰੀ ਜੋਤ ਨਿਕਲੀ ਹੈ। ਤੇ ਸਫਲ ਜ਼ਿੰਦਗੀ ਤੇਰੀ ਉਦੋਂ ਹੀ ਹੋਵੇਗੀ ਜਿੱਦਣ ਉਸ ਜੋਤੀ ਦੇ ਨਾਲ ਜੋਤ ਮਿਲ ਜਾਵੇਗੀ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਮਨੁੱਖ ਉਦੋਂ ਪੂਰਾ ਹੋਵੇਗਾ ਜਦੋਂ ਇਹ ਜੋਤੀ ਦੇ ਨਾਲ ਜੋਤ ਮਿਲ ਜਾਵੇਗੀ। ਸ਼ਬਦ ਦੀ ਵਿਚਾਰ ਕਰੀਏ ਆਰੰਭ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਸਾਰੇ ਜਾਣੇ ਰਲ ਕਰਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਸ਼ਲੋਕ ਮਹੱਲਾ ਦੂਜਾ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੇ ਸ਼ਲੋਕ ਉਚਾਰਨ ਕੀਤੇ ਹਨ, ਸਾਨੂੰ ਫੁਰਮਾਨ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਜਿੰਨੇ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਕਿ ਜਿਨ੍ਹਾਂ ਮਨੁੱਖਾਂ ਨੇ ਇਸ ਗੱਲ ਨੂੰ ਜਾਣ ਲਿਆ ਕਿ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ। ਕਹਿੰਦੇ ਅਸੀਂ ਸਾਰੇ ਆ, ਮੈਂ ਵੀ ਕਹਿਣਾ ਤੁਸੀਂ ਕਹਿਣਾ, ਪਰ ਜਿਹੜੇ ਮਨ ਕਰਕੇ ਮਨੁੱਖ ਮੰਨਦਾ ਨਹੀਂ ਆ, ਡੁੰਘਾਈ ਤੇ ਸੋਚਦਾ ਨਹੀਂ ਕਿ ਸੱਚੀ ਇੱਕ ਦਿਨ ਇਸ ਸੰਸਾਰ ਤੋਂ ਮਨੁੱਖ ਨੇ ਚਲੇ ਜਾਣਾ ਹੈ। ਜੇ ਇਹ ਮਨ ਕਰਕੇ ਉਦਾਸ ਹੋ ਕਰਕੇ ਇਹ ਗੱਲ ਸੋਚੇ ਤੇ ਫਿਰ ਇਹ ਪਰਮਾਤਮਾ ਨਾਲ ਜੁੜ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਇਹ ਗੱਲ ਨੂੰ ਜਾਣ ਲਿਆ ਹੈ ਕਿ ਇੱਥੋਂ ਇੱਕ ਦਿਨ ਚਲੇ ਜਾਣਾ ਹੈ, ਸੇ ਕਿਉਂ ਕਰੇ ਵਿਥਾਰ। ਉਹ ਮਨੁੱਖ ਇਸ ਦੁਨੀਆ ਦੇ ਉੱਤੇ ਬਹੁਤਾ ਖਲਾਰਾ ਨਹੀਂ ਖਿਲਾਰਦੇ, ਬਹੁਤਾ ਪਸਾਰਾ ਕੰਮ ਧੰਦਿਆਂ ਦਾ ਨਹੀਂ ਪਾਉਂਦੇ, ਉਹ ਬਹੁਤੇ ਖਲਾਰੇ ਵਿੱਚ ਨਹੀਂ ਰਹਿੰਦੇ, ਉਹ ਬਹੁਤਾ ਵਿਸਥਾਰ ਨਹੀਂ ਕਰਦੇ ਕਿ ਬਹੁਤੇ ਕੰਮ ਸਹੇੜ ਲੈਣ ਤੇ ਉਹਨਾਂ ਨੂੰ ਪਰਮਾਤਮਾ ਚੇਤੇ ਨਾ ਰਹਿ ਜਾਵੇ। ਉਹ ਆਪਣੀ ਜ਼ਿੰਦਗੀ ਦੇ ਵਿੱਚ ਸੰਕੋਚ ਕਰਦੇ ਹਨ ਕਿ ਜਿੰਨਾ ਕੰਮ ਕਾਜ ਸੰਭਾਲਿਆ ਜਾਂਦਾ ਹੈ, ਜਿਹਦੇ ਨਾਲ ਪਰਮਾਤਮਾ ਦੇ ਨਾਲ ਸੁਰਤ ਜੁੜੀ ਰਵੇ, ਉਹਨਾਂ ਕੀ ਉਹ ਖਲਾਰਾ ਖਿਲਾਰਦੇ ਆ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਤੇ ਇਸ ਗੱਲ ਦੀ ਸਮਝ ਆ ਗਈ ਕਿ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ, ਸੇ ਕਿਉਂ ਕਰੇ ਵਿਥਾਰ। ਉਹ ਬਹੁਤਾ ਕਦੇ ਖਲਾਰਾ ਨਹੀਂ ਖਿਲਾਰਦੇ, ਬਹੁਤੇ ਕੰਮ ਧੰਦਿਆਂ ਦੇ ਵਿੱਚ ਨਹੀਂ ਫਸਦੇ, ਆਪਣੀ ਜ਼ਿੰਦਗੀ ਨੂੰ ਜਿਉਂਦੇ ਹਨ ਕਿ ਰੋਜੀ ਰੋਟੀ ਕਮਾਉਣੀ ਆ, ਲੀੜਾ ਕੱਪੜਾ ਪਹਿਨਣਾ ਹੈ, ਚੰਗੇ ਵਸਤਰ ਪਾਉਣੇ ਆ, ਘਰ-ਬਾਰ ਵੀ ਰਹਿਣ ਵਾਸਤੇ ਚਾਹੀਦਾ ਹੈ। ਪਰ ਇੰਨਾ ਨਹੀਂ ਮਨੁੱਖ ਕਰਦਾ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਆ ਕਿ ਉਹ ਪਰਮਾਤਮਾ ਨੂੰ ਹੀ ਭੁੱਲ ਜਾਵੇ। ਜੇਕਰ ਅਸੀਂ ਕਿਤੇ ਜਾਣਾ ਹੋਵੇ, ਯਾਤਰਾ ਜਾਣਾ ਹੋਵੇ, ਜੇ ਸਾਨੂੰ ਪਤਾ ਹੋਵੇ ਅਸੀਂ ਇੱਕ ਦਿਨ ਜਾਣਾ ਹੈ, ਬਹੁਤੇ ਦਿਨ ਨਹੀਂ ਰਹਿਣਾ, ਤੇ ਅਸੀਂ ਬਹੁਤੇ ਕੱਪੜੇ ਨਹੀਂ ਖੜਦੇ,
ਬੈਗ ਨਹੀਂ ਭਰਦੇ, ਬਹੁਤਾ ਖਲਾਰਾ ਨਹੀਂ ਖਿਲਾਰਦੇ, ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਬਹੁਤਾ ਚਿਰ ਨਹੀਂ ਰਹਿਣਾ। ਇੱਕੋ ਦਿਨ ਦਾ ਸਫ਼ਰ ਆ, ਜਾਣਾ ਹੈ ਤੇ ਮੁੜ ਆਉਣਾ। ਇਸੇ ਤਰ੍ਹਾਂ ਇਹ ਉਦਾਹਰਨ ਹੈ ਕਿ ਜੇ ਅਸੀਂ ਕਿਤੇ ਜਾਣ ਲੱਗੇ ਸੋਚਦੇ ਜੇ ਜ਼ਿਆਦਾ ਦਿਨ ਰਹਿਣੇ ਹੋਣ ਤੇ ਫਿਰ ਅਸੀਂ ਕੱਪੜੇ ਵੀ ਜ਼ਿਆਦਾ ਖੜਦੇ, ਨਾਲ ਹੋਰ ਬਸਤਰ ਖੜਦੇ ਹਾਂ ਵੀ ਚੰਗਾ ਖਲਾਰਾ ਜਿਹੜਾ ਨਾਲ ਬੈਗ ਦੇ ਵਿੱਚ ਭਰਿਆ ਕਿ ਜ਼ਿਆਦਾ ਦਿਨ ਰਹਿਣਾ। ਤੇ ਜਦੋਂ ਮਨੁੱਖ ਨੂੰ ਪਤਾ ਮੈਂ ਜ਼ਿਆਦਾ ਦਿਨ ਰਹਿਣਾ ਨਹੀਂ, ਉਹ ਇੱਕੋ ਸੂਟ ਪਾ ਕੇ ਜਾਂਦਾ, ਉਸੇ ਨਾਲ ਸ਼ਾਮਾਂ ਨੂੰ ਮੁੜ ਆਉਂਦਾ। ਤੇ ਜਿਨ੍ਹਾਂ ਨੂੰ ਇਸ ਆਪਣੀ ਜ਼ਿੰਦਗੀ ਦੇ ਵਿੱਚ ਸੁੱਝ ਆ ਜਾਂਦੀ ਹੈ ਕਿ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਇੱਥੇ ਰਹਿਣਾ ਨਹੀਂ ਹੈ, ਮਨ ਕਰਕੇ ਸਮਝ ਜਾਂਦੇ ਕਿ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਹੈ, ਸੇ ਕਿਉਂ ਕਰੇ ਵਿਥਾਰ। ਸਤਿਗੁਰੂ ਜੀ ਕਹਿੰਦੇ ਕਿ ਉਹ ਬਹੁਤਾ ਖਲਾਰਾ ਨਹੀਂ ਖਿਲਾਰਦੇ, ਆਪਣੀ ਸੁਰਤ ਇਹਨਾਂ ਕੰਮਾਂ ਧੰਦਿਆਂ ਤੋਂ ਉੱਚੀ ਰੱਖਦੇ। ਕਿਉਂ? ਜੇਕਰ ਉਹਨਾਂ ਕੋਲ ਬਹੁਤੀ ਮਾਇਆ ਧਨ ਵੀ ਹੋਵੇ ਤਾਂ ਵੀ ਉਹਦੇ ਵਿੱਚ ਰਹਿੰਦੇ ਹੋਏ ਉਹ ਤੋਂ ਉਪਰਾਮ ਰਹਿੰਦੇ ਹਨ। ਭਾਈ ਗੁਰਦਾਸ ਜੀ ਕਹਿੰਦੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਕਿ ਰਾਜੇ ਜਨਕ ਕੋਲ ਭਾਵੇਂ ਬਹੁਤਾ ਧਨ ਹੈ, ਪਰ ਉਹ ਮਾਇਆ ਦੇ ਵਿੱਚ ਰਹਿੰਦਾ ਹੋਇਆ ਉਦਾਸ ਹੈ। ਰਾਜਾ ਜਨਕ ਆਪਣੇ ਮਹਿਲਾਂ ਦੇ ਬਾਹਰ ਬੈਠਾ ਸੀ ਤੇ ਸੁਖਦੇਵ ਨੂੰ ਮਿਲਣ ਵਾਸਤੇ ਆਇਆ ਹੈ। ਤੇ ਰਾਜੇ ਜਨਕ ਦੇ ਮਹਿਲਾਂ ਨੂੰ ਜਿਹੜੀ ਅੰਦਰ ਅੱਗ ਲੱਗ ਗਈ ਤੇ ਨੌਕਰ ਭੱਜਾਇਆ। ਉਹ ਕਹਿੰਦਾ ਕਿ ਰਾਜਾ ਜੀ ਮਹਿਲਾਂ ਨੂੰ ਅੰਦਰ ਅੱਗ ਲੱਗ ਗਈ। ਤੇ ਰਾਜਾ ਬੜਾ ਅਡੋਲ ਬੈਠਾ, ਕਿਉਂਕਿ ਉਹ ਭਗਤ ਸੀ ਰਾਜਾ ਜਨਕ। ਉਹ ਫਿਰ ਜਦੋਂ 2 ਵਾਰੀ 3 ਵਾਰੀ ਕਹਿਣ ਲੱਗਾ ਵੀ ਅੰਦਰ ਅੱਗ ਬੜੀ ਲੱਗ ਗਈ ਮਹਿਲ ਨੂੰ, ਤੇ ਅੱਗ ਜਿਹੜੀ ਉਹ ਬਾਹਰ ਤੱਕ ਆ ਗਈ। ਜਦੋਂ ਉਹਨੇ ਆਖਿਆ ਅੱਗ ਬਾਹਰ ਤੱਕ ਆ ਗਈ ਹੈ, ਜਿਹੜਾ ਸੁਖਦੇਵ ਸੀ ਉਹ ਰਾਜੇ ਜਨਕ ਦੇ ਲਾਗੋਂ ਉੱਠ ਕਰਕੇ ਤੇ ਛੇਤੀ ਨਾਲ ਚੱਲਿਆ। ਕਹਿੰਦਾ ਕਿ ਬਾਹਰ ਤੇ ਮੇਰੀ ਗਠੜੀ ਪਈ ਕੱਪੜਿਆਂ ਵਾਲੀ ਤੇ ਮੈਂ ਉਹ ਭੱਜ ਕੇ ਫੜ ਲਿਆ। ਰਾਜਾ ਜਨਕ ਆਂਦਾ ਕਿ ਤੂੰ ਤਿਆਗੀ ਤੇ ਬੜਾ, ਵਿਰਾਗੀ ਤੇ ਬੜਾ ਏ। ਮੇਰੇ ਮਹਿਲਾਂ ਨੂੰ ਅੱਗ ਲੱਗੀ ਤੇ ਮੈਂ ਚੁੱਪ ਕਰਕੇ ਬੈਠਾ, ਪਰਮਾਤਮਾ ਦੀ ਰਜ਼ਾ ਦੇ ਵਿੱਚ। ਤੂੰ ਆਪਣੇ ਆਪ ਨੂੰ ਤਿਆਗੀ ਤੇ ਵਿਰਾਗੀ ਸਮਝਦਾ, ਤੂੰ ਇਹ ਕੱਪੜਿਆਂ ਦੀ ਪੋਠਲੀ ਦੇ ਨਾਲ ਹੀ ਜੁੜਿਆ, ਤੇਰੇ ਅੰਦਰ ਤਿਆਗ ਤੇ ਵਿਰਾਗ ਨਹੀਂ। ਕਿਉਂਕਿ ਰਾਜੇ ਜਨਕ ਨੂੰ ਸਮਝ ਆ ਜੀ ਕਿ ਨਾਲ ਜਾਣ ਵਾਲਾ ਕੁਝ ਨਹੀਂ ਆ, ਇੱਕ ਦਿਨ ਇਸ ਸੰਸਾਰ ਤੋਂ ਚੱਲ ਜਾਣਾ ਹੈ। ਉਹ ਮਾਇਆ ਦੇ ਵਿੱਚ ਵੀ ਉਦਾਸ ਹੈ। ਤੇ ਜਿਨ੍ਹਾਂ ਦੀ ਮਾਇਆ ਦੇ ਨਾਲ ਪਕੜੇ, ਉਹ ਭਾਵੇਂ ਕੱਪੜੇ ਸੀ, ਉਹਦੇ ਨਾਲ ਪਕੜ ਸੀ ਤੇ ਉਹ ਭੱਜ ਕਰਕੇ ਆਪਣੇ ਕੱਪੜੇ ਜਿਹੜੇ ਉਹ ਲੈਣ ਗਿਆ। ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ, ਉਹ ਬਹੁਤਾ ਖਲਾਰਾ ਨਹੀਂ ਖਿਲਾਰਦੇ। ਚੱਲਣ ਸਾਰ ਨਾ ਜਾਣੈ, ਕਾਰਜ ਸਵਾਰਨ ਹਾਰ। ਸਤਿਗੁਰੂ ਜੀ ਕਹਿੰਦੇ ਕਿ ਇਸ ਮਨੁੱਖ ਨੇ ਬਹੁਤਾ ਕੰਮ ਧੰਦਿਆਂ ਦਾ ਕਾਰਜ ਦੇ ਵਿੱਚ ਉਹਦੇ ਵਿੱਚ ਹੀ ਫਸਿਆ ਹੈ। ਚੱਲਣ ਸਾਰ ਨਾ ਜਾਣੀ, ਇਹਨੇ ਇਸ ਗੱਲ ਦੀ ਸਾਰ ਨਹੀਂ ਜਾਣੀ ਕਿ ਇੱਕ ਦਿਨ ਇੱਥੋਂ ਚਲੇ ਜਾਣਾ ਹੈ। ਮਹੱਲਾ ਦੂਜਾ। ਰਾਤ ਕਾਰਨ ਧਨ ਸੰਚੀਐ, ਭਲਕੈ ਉਠ ਹੋਏ, ਚੱਲਣ ਹੋਏ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਕਿ ਜੇ ਸਾਰੀ ਰਾਤ ਬਹਿ ਕਰਕੇ ਮਨੁੱਖ ਧਨ ਜਿਹੜਾ ਉਹਨੂੰ ਇਕੱਠਾ ਕਰਦਾ ਰਵੇ, ਤਾਂ ਜਿਹੜਾ ਉਹਨੇ ਸਾਰੀ ਰਾਤ ਬਹਿ ਕਰਕੇ ਪੈਸੇ ਜਾਂ ਧਨ ਜਾਂ ਮਾਇਆ ਕੁਝ ਵੀ ਪਦਾਰਥ ਲਾ ਲਓ ਉਹਨੇ ਇਕੱਠਾ ਕੀਤਾ ਹੈ, ਤੇ ਦਿਨੇ ਦਿਨ ਚੜ੍ਹਦੀ ਤੇ ਉੱਠ ਕਰਕੇ ਉੱਥੋਂ ਚਲੇ ਜਾਂਦਾ ਹੈ, ਫਿਰ ਉਹਦਾ ਸਾਰੀ ਰਾਤ ਦਾ ਧਨ ਇਕੱਠਾ ਕੀਤੇ ਆਇਆ ਪਦਾਰਥ ਇਕੱਠੇ ਕੀਤੇ ਹੋਏ ਕੀ ਅਰਥ ਹੈ? ਸਾਰੀ ਰਾਤ ਜਾਗ ਕਰਕੇ ਉਹਨੇ ਧਨ ਇਕੱਠਾ ਕੀਤਾ ਹੈ। ਜਦੋਂ ਸਵੇਰ ਚੜੀ, ਭਲਕੇ ਦਿਨ ਚੜਿਆ ਤੇ ਉੱਠ ਕਰਕੇ ਉੱਥੋਂ ਚਲਿਆ ਗਿਆ ਹੈ, ਸਾਰਾ ਧਨ ਵੀ ਉੱਥੇ ਰਹਿ ਗਿਆ। ਸਾਰਾ ਕੁਝ ਜੋ ਕੁਝ ਉਹਨੇ ਸੰਚਿਆ ਇਕੱਠਾ ਕੀਤਾ ਹੈ ਉੱਥੇ ਹੀ ਰਹਿ ਗਿਆ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਕਿ ਉਹਦੇ ਰਾਤ ਜਾਗਣ ਦਾ, ਧਨ ਨੂੰ ਇਕੱਠਾ ਕਰਨ ਦਾ ਕੀ ਫਾਇਦਾ ਹੋਇਆ ਜੇ ਉਹ ਧੜਕੇ ਉੱਠ ਕਰਕੇ ਉੱਥੋਂ ਚਲਿਆ ਗਿਆ ਮਨੁੱਖ। ਨਾਨਕ ਨਾਲ ਨਾ ਚੱਲੇ, ਫਿਰ ਪਛਤਾਵਾ ਹੋਏ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਜਦੋਂ ਫਿਰ ਇਹ ਜਿਹੜਾ ਧਨ ਆ ਇਸ ਮਨੁੱਖ ਦੇ ਨਾਲ ਨਹੀਂ ਲਿਭਦਾ, ਧੀਆਂ ਪੁੱਤਰ ਰਿਸ਼ਤੇਦਾਰ ਜਾਇਦਾਦ ਇਸ ਮਨੁੱਖ ਦੇ ਨਾਲ ਨਹੀਂ ਜਾਂਦੀ, ਸਾਰਾ ਕੁਝ ਇੱਥੇ ਰਹਿ ਜਾਂਦਾ ਹੈ, ਫਿਰ ਇਸ ਮਨੁੱਖ ਨੂੰ ਪਛਤਾਵਾ ਹੁੰਦਾ ਹੈ।
ਤੇ ਫਿਰ ਇਹਦਾ ਪਛਤਾਇਆ ਹੋਇਆ ਕੁਝ ਵੀ ਨਹੀਂ ਕਰ ਸਕਦਾ, ਕਿਉਂਕਿ ਜਦੋਂ ਇਹਦੇ ਕੋਲੋਂ ਸਮਾਂ ਸੀ, ਪਰਮਾਤਮਾ ਨੇ ਸਰੀਰ ਦਿੱਤਾ ਨਾਮ ਬੰਦਗੀ ਕਰਨ ਵਾਸਤੇ, ਫਿਰ ਪਛਤਾਵਾ ਇਹਦਾ ਕੁਝ ਨਹੀਂ ਕਰ ਸਕਦਾ। ਸਤਿਗੁਰੂ ਜੀ ਕਹਿੰਦੇ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਵੇ। ਇਹ ਜਿਹੜੀ ਮਾਇਆ ਇਹ ਨਾਲ ਨਹੀਂ ਚੱਲਦੀ। ਧਨ ਪਦਾਰਥ ਦੁਨੀਆ ਦੀਆਂ ਚੀਜ਼ਾਂ ਜਿਹੜੀਆਂ ਇਹ ਇੱਥੇ ਵਰਤਣ ਵਾਸਤੇ ਆ, ਵਰਤੋ ਖਰਚੋ, ਪਰ ਇਹਦੇ ਵਿੱਚ ਨਾ ਰਹਿ ਜਾਓ ਕਿ ਇਹ ਸਾਡੇ ਨਾਲ ਜਾਵੇਗਾ, ਨਾਲ ਕੁਝ ਨਹੀਂ ਜਾਵੇਗਾ। ਸਤਿਗੁਰੂ ਜੀ ਕਹਿੰਦੇ ਇਹ ਮਾਇਆ ਬਾਬਾ ਮਾਇਆ ਸਾਥ ਨਾ ਹੋਏ, ਇਹ ਮਾਇਆ ਜਗ ਮੋਹਿਆ ਵਿਰਲਾ ਬੂਝਾ ਕੋਈ। ਇਹ ਮਾਇਆ ਸਾਥ ਨਹੀਂ ਜਾਂਦੀ, ਇਸ ਗੱਲ ਨੂੰ ਕੋਈ ਵਿਰਲਾ ਮਨੁੱਖ ਬੁੱਝਦਾ ਹੈ, ਨਹੀਂ ਤੇ ਅਸੀਂ ਗੱਲਾਂ ਹੀ ਕਰਨ ਜੋਗੇ ਕਿ ਇਹ ਗੱਲ ਸੁਣ ਲਈ ਤੇ ਕਰ ਲਈ। ਇਸ ਗੱਲ ਨੂੰ ਕੋਈ ਵਿਰਲਾ ਮਨੁੱਖ ਬੁੱਝਦਾ ਹੈ ਕਿ ਇਹ ਚੀਜ਼ਾਂ ਨਾਲ ਨਹੀਂ ਜਾਣੀਆਂ। ਉਹਨੂੰ ਆਪਣੇ ਜਾਣ ਦਾ ਪਤਾ ਹੁੰਦਾ ਕਿ ਮੈਂ ਚਲਿਆ ਜਾਣਾ, ਚੀਜ਼ਾਂ ਇੱਥੇ ਹੀ ਰਹਿ ਜਾਣੀਆਂ। ਖਸਮ ਮਰੇ ਫਿਰ ਨਾਰ ਨਾ ਰੋਵੈ, ਉਸ ਰਖਵਾਰੂ ਔਰੂ ਹੋਵੇ। ਸਤਿਗੁਰੂ ਜੀ ਕਹਿੰਦੇ ਇਸ ਮਾਇਆ ਦਾ ਪਤੀ ਜਦੋਂ ਮਨੁੱਖ ਮਰ ਜਾਂਦਾ ਏ, ਇਹ ਜਿਹੜੀ ਨਾਰ ਆ ਇਸਤਰੀ ਮਾਇਆ ਇਹ ਕਦੀ ਵੀ ਰੋਂਦੀ ਨਹੀਂ। ਕਿਉਂ ਨਹੀਂ ਰੋਂਦੀ? ਇਸ ਰਖਵਾਰੂ ਔਰੂ ਹੋਏ, ਇਹਦਾ ਰਾਖਾ ਮੁੜ ਕੇ ਹੋਰ ਕੋਈ ਹੋ ਜਾਂਦਾ ਹੈ। ਜਿਹੜਾ ਮਨੁੱਖ ਮਰ ਜਾਂਦਾ ਹੈ ਉਹਦੇ ਨਾਲ ਥੋੜ੍ਹਾ ਮਾਇਆ ਜਾਂਦੀ, ਉਹਦੇ ਹੱਥ ਦੀਆਂ ਮੁੰਦਰੀਆਂ ਛਾਪਾਂ ਜੋ ਵੀ ਆ ਉਹਦਾ ਰਾਖਾ ਹੋਰ ਧੀਆਂ ਪੁੱਤਰ ਰਿਸ਼ਤੇਦਾਰ ਭੈਣ ਭਰਾ ਬਣ ਜਾਂਦੇ। ਇਹ ਮਾਇਆ ਕਦੇ ਬੰਦੇ ਨੂੰ ਰੋਂਦੀ ਨਹੀਂ ਆ। ਖਸਮ ਮਰੇ ਫਿਰ ਨਾਰ ਨਾ ਰੋਵੇ, ਉਸ ਰਖਵਾਰੂ ਔਰੂ ਹੋਵੇ। ਸਤਿਗੁਰੂ ਜੀ ਕਹਿੰਦੇ ਉਹਦਾ ਰਾਖਾ ਕੋਈ ਹੋਰ ਬਣ ਜਾਂਦਾ ਹੈ। ਮਾਇਆ ਦੇ ਖਸਮ ਵਾਧੂ, ਪਤੀ ਵਾਧੂ। ਨਾਨਕ ਨਾਲ ਨਾ ਚੱਲੇ ਫਿਰ ਪਛਤਾਵ ਹੋਵੇ। ਜਦੋਂ ਇਹ ਮਨੁੱਖ ਇਸ ਦੁਨੀਆ ਤੋਂ ਜਾਂਦਾ ਹੈ, ਇਹਦੇ ਨਾਲ ਕੁਝ ਨਹੀਂ ਜਾਂਦਾ, ਫਿਰ ਇਹ ਮਨੁੱਖ ਪਛਤਾਉਂਦਾ ਹੈ। ਮਹੱਲਾ ਦੂਜਾ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਜਿਹੜਾ ਮਨੁੱਖ ਬੱਧਾ ਚੱਟੀ ਕੰਮ ਕਰਦਾ ਹੈ, ਮੰਨ ਲਓ ਮੈਂ ਪਾਠ ਕਰਨ ਰਿਹਾ ਜਪਜੀ ਸਾਹਿਬ ਦਾ ਜਾਂ ਸੁਖਮਨੀ ਸਾਹਿਬ ਦਾ, ਮਨ ਮੇਰਾ ਨਹੀਂ ਹੈ, ਚਿੱਤ ਨਹੀਂ ਹੈ, ਪਰ ਮੈਨੂੰ ਉਹ ਕਰਨਾ ਪੈਣਾ, ਭਾਵੇਂ ਕਿਸੇ ਦੇ ਕਹਿਣ 'ਤੇ ਕਰਾਂ ਜਾਂ ਮਜਬੂਰੀ ਨੂੰ ਕਰਾਂ। ਉਹ ਕਹਿੰਦੇ ਬੱਧਾ ਚੱਟੀ ਵੀ ਮਜਬੂਰੀ ਵੱਸ ਹੋ ਕਰਕੇ ਮਨੁੱਖ ਦਾ ਕਿਸੇ ਕੰਮ ਨੂੰ ਜੀਅ ਨਹੀਂ ਕਰਦਾ, ਕੀਰਤਨ ਕਰਨ ਨੂੰ ਸੁਣਨ ਨੂੰ ਜੀਅ ਨਹੀਂ ਕਰਦਾ, ਪਰ ਜਿੱਥੇ ਦੂਜੇ ਬੈਠੇ ਆ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ, ਪ੍ਰਸ਼ਾਦ ਨਹੀਂ ਵੰਡਿਆ ਜਾਂਦਾ, ਉਹਨਾਂ ਚਿਰ ਬਹਿਣਾ ਪੈਣਾ। ਉਹ ਬੱਧਾ ਚੱਟੀ। ਸਤਿਗੁਰੂ ਜੀ ਕਹਿੰਦੇ ਜਿਹੜੇ ਕੰਮ ਦੇ ਵਿੱਚ ਇਸ ਮਨੁੱਖ ਦਾ ਮਨ ਨਹੀਂ ਆ, ਬੱਧਾ ਚੱਟੀ ਕਰਦਾ ਹੈ, ਧੱਕੇ ਦੇ ਨਾਲ ਕਰਦਾ ਹੈ, ਨਾ ਗੁਣ ਨਾ ਉਪਕਾਰ। ਗੁਣ ਦਾ ਅਰਥ ਹੁੰਦਾ ਹੈ ਕਿ ਜਿਹੜਾ ਮਨੁੱਖ ਸੁਣਾਉਣ ਡਿਆ, ਜਿਸ ਤਰ੍ਹਾਂ ਆਪਾਂ ਕਥਾ ਕਰਨ ਡਏ, ਜੇ ਮੈਂ ਬੱਧਾ ਚੱਟੀ ਕਰਦਾ ਹੈ ਕਿ ਮਜਬੂਰੀ ਵੱਸ ਹੋ ਕਰਕੇ ਨਾ ਦਿਓ ਕੀਤੀ ਹੋਈ ਕਥਾ ਦਾ ਮੈਨੂੰ ਕੋਈ ਲਾਭ ਹੈ। ਉਪਕਾਰ ਦਾ ਅਰਥ ਹੈ ਕਿ ਨਾ ਅਗਲੇ ਦਾ ਕੋਈ ਭਲਾ ਹੋਣਾ, ਦੂਜੇ ਨੂੰ ਕੋਈ ਉਹਦਾ ਲਾਭ ਮਿਲਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਪਣੇ ਮਨ ਕਰਕੇ ਪਰਮਾਤਮਾ ਦਾ ਨਾਮ ਜਪੋ। ਜਿਹੜਾ ਬੱਧਾ ਚੱਟੀ ਦੇ ਵਿੱਚ ਬਹਿਣਾ ਹੈ, ਸੁਣਨਾ ਹੈ, ਗੁਰਬਾਣੀ ਪੜ੍ਹਨੀ ਹੈ, ਨਾਮ ਜਪਣਾ, ਕੋਈ ਵੀ ਕੰਮ ਭਾਵੇਂ ਦੁਨਿਆਵੀ ਹੋਵੇ, ਜਿਹੜਾ ਬੱਧਾ ਚੱਟੀ ਧੱਕੇ ਨਾਲ ਮਨੁੱਖ ਕੰਮ ਕਰਦਾ ਉਹ ਕਦੀ ਸਫਲ ਨਹੀਂ ਹੁੰਦਾ। ਨਾ ਉਹਦੇ ਕੋਈ ਗੁਣ ਪੱਲੇ ਪੈਂਦਾ ਹੈ ਆਪਣੇ, ਨਾ ਕਿਸੇ ਦਾ ਭਲਾ ਹੁੰਦਾ ਹੈ। ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਸਤਿਗੁਰੂ ਜੀ ਕਹਿੰਦੇ ਜੇ ਉਹੋ ਹੀ ਕੰਮ ਤੂੰ ਖੁਸ਼ੀ ਦੇ ਨਾਲ ਕਰੇ, ਹੱਸ ਕਰਕੇ ਕਰੇ, ਤੇ ਉਹ ਛੇਤੀ ਸਵਾਰਿਆ ਜਾਂਦਾ ਹੈ, ਉਹ ਛੇਤੀ ਕੰਮ ਨਿਬੜ ਜਾਂਦਾ। ਨਾਨਕ ਕਾਰਜ ਸਾਰ। ਜਿਹੜਾ ਕੰਮ ਮਨੁੱਖ ਬੱਧਾ ਚੱਟੀ ਨਾ ਕਰੇ, ਹੱਸ ਖੇਡ ਕੇ ਕਰੇ, ਖੁਸ਼ੀ ਨਾਲ ਕਰੇ, ਉਹ ਕਾਰਜ ਛੇਤੀ ਸਵਾਰਿਆ ਜਾਂਦਾ। ਮਨੁੱਖ ਉਹ ਕਾਰਜ ਨੂੰ ਛੇਤੀ ਕਰ ਲੈਂਦਾ, ਸਫਲ ਹੋ ਜਾਂਦਾ। ਤੇ ਜੇ ਬੱਧਾ ਚੱਟੀ ਧੱਕੇ ਦੇ ਨਾਲ ਕਿਸੇ ਕੋਲੋਂ ਕੰਮ ਕਰਵਾਈਏ ਤੇ ਉਹ ਕਿਸੇ ਵੇਲੇ ਮਨੁੱਖ ਕੰਮ ਗਲਤ ਵੀ ਕਰ ਦਿੰਦਾ, ਕਿਉਂਕਿ ਉਹਦਾ ਧਿਆਨ ਨਹੀਂ, ਮਜਬੂਰੀ ਵੱਸ ਕਰਨ ਡਿਆ, ਇਹ ਸਾਰੇ ਕਾਰਜ ਸੌਰ ਜਾਂਦੇ। ਬੱਧਾ ਚੱਟੀ ਨੇ ਜੇ ਕੋਈ ਖੁਸ਼ੀ ਕਰਕੇ ਕੰਮ ਕਰੇ, ਸਤਿਗੁਰੂ ਜੀ ਕਹਿੰਦੇ ਉਹ ਛੇਤੀ ਕੰਮ ਸੌਰ ਜਾਂਦਾ ਹੈ ਤੇ ਵਧੀਆ ਸਿਰੇ ਜਿਹੜਾ ਉਹ ਮਨੁੱਖ ਦਾ ਕੰਮ ਚੜ੍ਹ ਜਾਂਦਾ ਹੈ। ਮਹੱਲਾ ਦੂਜਾ। ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਕਾਲੇ। ਸਤਿਗੁਰੂ ਜੀ ਕਹਿੰਦੇ ਕਿ ਮਨ ਦੇ ਹੱਠ ਕਰਨ ਦੇ ਨਾਲ ਮਨੁੱਖ
ਤਰਫ ਦਾ ਅਰਥ ਹੈ ਕਿ ਰੱਬ ਵਾਲਾ ਪਾਸਾ। ਰੱਬ ਵਾਲੇ ਪਾਸੇ ਨੂੰ ਜਿੱਪੀ ਦਾ ਅਰਥ ਹੈ ਜਿੱਤ ਨਹੀਂ ਸਕਦਾ। ਜੇ ਕੋਈ ਮਨੁੱਖ ਆਖੇ ਕਿ ਕੜਾਕੇ ਦੀ ਧੁੱਪ ਲੱਗੀ ਹੈ, ਫਰਸ਼ ਬੜਾ ਤਪਣ ਡਿਆ ਹੈ, ਤੇ ਨੰਗੇ ਪੈਰੀ ਜਾ ਕਰਕੇ ਖਲੋ ਜੇ, ਆਪਣੇ ਮਨ ਕਰਕੇ ਹੱਠ ਕਰੇ, ਤੇ ਉਹ ਪਰਮਾਤਮਾ ਨੂੰ ਕਦੇ ਜਿੱਤ ਨਹੀਂ ਸਕਦਾ। ਰੱਬ ਵਾਲੇ ਪਾਸੇ ਨੂੰ ਕਦੇ ਹੱਠ ਦੇ ਨਾਲ ਜਿੱਤਿਆ ਨਹੀਂ ਜਾ ਸਕਦਾ। ਜੇ ਬਰਫ਼ 'ਤੇ ਲੰਮਾ ਪਈ ਜਾਵੇ ਕਿ ਮੈਂ ਪਰਮਾਤਮਾ ਨੂੰ ਪਾਲਾਂਗਾ, ਤਾਂ ਵੀ ਨਹੀਂ ਪਾਇਆ ਜਾ ਸਕਦਾ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਕਿ ਮਨ ਦੇ ਹੱਠ ਦੇ ਨਾਲ ਪਰਮਾਤਮਾ ਵਾਲਾ ਪਾਸਾ ਕਦੇ ਜਿੱਤਿਆ ਨਹੀਂ ਜਾਂਦਾ। ਜੇ ਬਹੁਤਾ ਘਾਲੇ, ਭਾਵੇਂ ਜਿੰਨੀ ਮਰਜ਼ੀ ਮਿਹਨਤ ਮਨੁੱਖ ਕਰੀ ਜਾਵੇ, ਮਨ ਦੇ ਮੰਗਰ ਲੱਗ ਕਰਕੇ, ਮਨ ਹੱਠ ਕਰਮ ਕਰਕੇ ਕਦੇ ਵੀ ਪਰਮਾਤਮਾ ਨੂੰ ਇਹ ਮਨੁੱਖ ਜਿੱਤ ਨਹੀਂ ਸਕਦਾ। ਤਰਫ ਜਿਨੈ ਸਤ ਭਾਉ ਦੇ, ਜਨ ਨਾਨਕ ਸ਼ਬਦ ਵਿਚਾਰੇ। ਫਿਰ ਪਰਮਾਤਮਾ ਨੂੰ ਜਿੱਤਣ ਦੀ ਗੁਰੂ ਅੰਗਦ ਦੇਵ ਜੀ ਨੇ ਅੱਗੇ ਜਾਚ ਵੀ ਸਿਖਾ ਦਿੱਤੀ ਹੈ ਕਿ ਉਹ ਪਰਮਾਤਮਾ ਵਾਲੇ ਪਾਸੇ ਨੂੰ ਮਨੁੱਖ ਤਾਂ ਜਿੱਤ ਸਕਦਾ ਹੈ। ਤਰਫ ਜਿਨੈ ਸਤ ਭਾਉ ਦੇ, ਜਿਹੜਾ ਮਨੁੱਖ ਨੇਕ ਕੰਮ ਕਰਦਾ ਹੈ, ਸੱਚ ਦੇ ਗੁਣ ਕਰਦਾ ਹੈ, ਉਹਦੇ ਅੰਦਰ ਪਰਮਾਤਮਾ ਪ੍ਰਤੀ ਪ੍ਰੇਮ ਆ, ਭਾਉ ਆ, ਉਹਦੀ ਨੀਅਤ ਜਿਹੜੀ ਰਾਸ ਆ, ਚੰਗੀ ਨੀਅਤ ਹੋਵੇ, ਤਾਂ ਪਰਮਾਤਮਾ ਨੂੰ ਜਿੱਤ ਸਕਦਾ। ਪਰਮਾਤਮਾ ਵਾਲੇ ਪਾਸੇ ਨੂੰ ਜਿੱਤ ਸਕਦਾ। ਜੇ ਉਹਦੇ ਮਨ ਦੇ ਅੰਦਰ ਖੋਟ ਆ, ਮਨ ਹੱਠ ਕਰਮ ਹੀ ਕਰਦਾ ਹੈ, ਲੋਕਾਂ ਨੂੰ ਵਿਖਾਵੇ ਮਾਤਰ ਕਰਦਾ ਹੈ, ਪਰਮਾਤਮਾ ਦੇ ਪਾਸੇ ਨੂੰ ਇਹ ਜਿੱਤ ਨਹੀਂ ਸਕਦਾ। ਜਿੰਨੀ ਮਰਜ਼ੀ ਮਿਹਨਤ ਕਰ ਲੇ, ਜਿੱਤੇ ਉਦੋਂ ਹੀ ਸਕਦਾ, ਪਰਮਾਤਮਾ ਦੇ ਨਾਲ ਉਦੋਂ ਹੀ ਜੁੜ ਸਕਦਾ ਜਦੋਂ ਇਹਦੇ ਅੰਦਰ ਭਾਵ ਹੋਵੇ, ਪ੍ਰੇਮ ਹੋਵੇ, ਚੰਗੇ ਗੁਣ ਹੋਵੇ। ਸਤਿਗੁਰੂ ਜੀ ਕਹਿੰਦੇ ਮਿਲਦਿਆਂ ਢਿੱਲ ਨਾ ਹੋਵੇ, ਜੇ ਨੀਅਤ ਰਾਸ ਕਰੇ। ਪਰਮਾਤਮਾ ਦੇ ਮਿਲਣ ਲੱਗਿਆ ਮਨੁੱਖ ਨੂੰ ਢਿੱਲ ਨਹੀਂ ਹੁੰਦੀ ਜੇ ਇਹਦੀ ਨੀਅਤ ਰਾਸ ਹੋਵੇ। ਪਰ ਗੱਲ ਇਹ, ਮਨੁੱਖ ਦੀ ਨੀਅਤ ਕਦੇ ਵੀ ਰਾਸ ਨਹੀਂ ਹੁੰਦੀ। ਤਰਫ ਜਿਨੈ ਸਤ ਭਾਉ ਦੇ, ਜਾਂ ਨਾਨਕ ਸ਼ਬਦ ਵਿਚਾਰੇ। ਜਿਹੜਾ ਮਨੁੱਖ ਦੇ ਅੰਦਰ ਚੰਗੇ ਗੁਣ ਆ, ਨੇਕ ਗੁਣ ਆ, ਉਹ ਪਰਮਾਤਮਾ ਨੂੰ ਸ਼ਬਦ ਦੀ ਵਿਚਾਰ ਦੇ ਨਾਲ ਜਿੱਤ ਲੈਂਦਾ ਹੈ। ਪੌੜੀ ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ। ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਉਹ ਜਾਣਦਾ ਹੈ ਕਿ ਇਹਨੂੰ ਚਲਾਉਣਾ ਕਿਸ ਤਰ੍ਹਾਂ ਹੈ। ਉਹਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ, ਕਿਸੇ ਦੀ ਮਦਦ ਦੀ ਲੋੜ ਨਹੀਂ ਆ। ਜਿਹੜੇ ਪਰਮਾਤਮਾ ਨੇ ਕਾਰਨ ਕੀਤਾ ਹੈ, ਸ੍ਰਿਸ਼ਟੀ ਸਾਜੀ ਆ, ਉਹ ਇਹਨੂੰ ਚਲਾਉਣਾ ਜਾਣਦਾ ਹੈ। ਆਪੇ ਸ੍ਰਿਸ਼ਟ ਉਪਾਈਨ ਆਪੇ ਫੁਣ ਗੋਈ। ਇਹ ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਨੇ ਪੈਦਾ ਕੀਤੀ ਹੈ, ਤੇ ਆਪ ਹੀ ਇਹਨੂੰ ਉਹ ਨਾਸ ਕਰਨ ਵਾਲਾ ਹੈ। ਜੁਗ ਚਾਰੇ ਸਭ ਭਵ ਥਕੀ, ਕਿਨ ਕੀਮਤ ਹੋਈ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਕਿ 4 ਯੁੱਗਾਂ ਦੇ ਵਿੱਚ ਅਸੀਂ ਇਹ ਗੱਲ ਤੋਂ ਥੱਕ ਗਏ ਕਿ ਅੱਜ ਤੱਕ ਕਿਸੇ ਨੇ ਵੀ ਉਸ ਪਰਮਾਤਮਾ ਦੀ ਕੀਮਤ ਨਹੀਂ ਪਾਈ, ਉਹਦਾ ਮੁੱਲ ਨਹੀਂ ਪਾਇਆ, ਕਿਉਂਕਿ ਉਹ ਪਰਮਾਤਮਾ ਅਮੁੱਲ ਹੈ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿਟੋ, ਰਹੇ ਲੋਕ ਵਿਲ ਲਾਏ। ਲੋਕੀ ਵਿਲ ਲਾਉਂਦੇ ਰਹਿੰਦੇ, ਕਰਲਾਪਦੇ ਰਹਿੰਦੇ, ਪਰ ਉਹ ਪਰਮਾਤਮਾ ਦੀ ਕੀਮਤ ਤੇ ਮੁੱਲ ਨਹੀਂ ਪੈਂਦਾ। ਕਿ ਸਤਿਗੁਰੂ ਜੀ ਕਹਿੰਦੇ ਜੁਗ ਚਾਰੇ ਸਭ ਭਵ ਥਕੇ। 4 ਯੁੱਗਾਂ ਦੇ ਵਿੱਚ ਅਸੀਂ ਮਿਹਨਤ ਕਰਕੇ ਥੱਕ ਗਏ। ਇਹ ਗੱਲ ਦੀ ਭਾਲ ਕਰਕੇ ਕਦੇ ਵੀ ਪਰਮਾਤਮਾ ਨੇ ਕਿਸੇ ਨੇ ਅੱਜ ਤੱਕ ਕੀਮਤ ਨਹੀਂ ਪਾਈ, ਉਸ ਪਰਮਾਤਮਾ ਦਾ ਮੁੱਲ ਨਹੀਂ ਪਾਇਆ। ਸਤਿਗੁਰ ਏਕ ਵਖਾਲਿਆ, ਮਨ ਤਨ ਸੁਖ ਹੋਏ। ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ, ਗੁਰੂ ਸਾਹਿਬਾਨ ਨੇ ਸਿਰ ਤੇ ਹੱਥ ਰੱਖ ਕੇ ਉਸ ਇੱਕ ਪਰਮਾਤਮਾ ਵਿਖਾ ਦਿੱਤਾ ਹੈ, ਉਹਨਾਂ ਦੇ ਮਨ ਤੇ ਤਨ ਨੂੰ ਸਦਾ ਸਤਿਗੁਰੂ ਜੀ ਕਹਿੰਦੇ ਸੁਖ ਪ੍ਰਾਪਤ ਹੁੰਦਾ ਹੈ। ਗੁਰਮੁਖ ਸਦਾ ਸਲਾਹੀਐ, ਕਰਤਾ ਕਰੇ ਸੋ ਹੋਈ। ਉਹ ਪਰਮਾਤਮਾ ਜੋ ਵੀ ਕਰਦਾ ਹੈ ਆਪਣੇ ਹੁਕਮ ਵਿੱਚ ਕਰਦਾ ਹੈ, ਜੋ ਕਰਦਾ ਉਹ ਕੁਝ ਹੁੰਦਾ ਹੈ। ਤੇ ਗੁਰੂ ਦੇ ਰਾਹੀਂ ਉਸ ਪਰਮਾਤਮਾ ਦੀ ਸਤਿਗੁਰੂ ਜੀ ਕਹਿੰਦੇ ਸਿਫਤ ਤੇ ਸਲਾਹ ਮਨੁੱਖ ਨੂੰ ਕਰਨੀ ਚਾਹੀਦੀ ਹੈ। ਸਤਿਗੁਰਾਂ ਨੇ ਅੱਜ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੱਡੀ ਗੱਲ ਸਾਨੂੰ ਇਹ ਸਮਝਾਈ ਕਿ ਮਨੁੱਖ ਇੱਕ ਦਿਨ ਤੂੰ ਇਸ ਦੁਨੀਆ ਤੋਂ ਚਲੇ ਜਾਣਾ ਹੈ। ਤੇ ਜਿਹੜੇ ਮਨੁੱਖ ਨੇ ਕਿਤੇ ਬਹੁਤਾ ਚਿਰ ਨਾ ਟਿਕਣਾ ਹੋਵੇ, ਉਹ ਬਹੁਤਾ ਖਲਾਰਾ ਨਹੀਂ ਖਲਾਰਦਾ, ਉਹ ਆਪਣੇ ਜੋਗਾ ਹੀ ਕੰਮ ਰੱਖਦਾ ਹੈ।
कि मैं अज आया तो कल चले जाना। बहुता खलारा खलारन की लोड़ नहीं, उस परमात्मा दे नाल जुड़ना करो। एक दिन इस संसार तो चले जाना। जे सारी रात भी बह करके मनुख धन इकट्ठा करता रहे ਜਾਂ ਕਿਸੇ ਵੀ ਚੀਜ਼ ਨੂੰ ਇਕੱਠੀ ਕਰਦਾ ਰਵੇ, ਪਰ ਦਿਨ ਵੇਲੇ ਉਹ ਉੱਥੋਂ ਚਲਿਆ ਜਾਵੇ, ਉਹ ਸਾਰਾ ਕੁਝ ਉੱਥੇ ਹੀ ਸਤਿਗੁਰੂ ਜੀ ਕਹਿੰਦੇ ਰਹਿ ਜਾਂਦਾ ਜਦੋਂ ਸਵੇਰ ਚੜ੍ਹਦੀ। ਤੇ ਇਹ ਪਰਮਾਤਮਾ ਨੇ ਆਪ ਹੀ ਸ੍ਰਿਸ਼ਟੀ ਸਾਜੀ ਆ, ਆਪ ਹੀ ਇਹਨੂੰ ਪੈਦਾ ਕਰਨ ਵਾਲਾ, ਆਪ ਹੀ ਨਾਸ ਕਰਨ ਵਾਲਾ ਹੈ। ਉਸ ਪਰਮਾਤਮਾ ਦੀ ਕਦੇ ਅੱਜ ਤੱਕ ਕਿਸੇ ਨੇ ਕੀਮਤ ਨਹੀਂ ਪਾਈ। ਜੇ ਗੁਰੂ ਸਾਹਿਬਾਨ ਕਿਰਪਾ ਕਰਨ ਤੇ ਉਹ ਇੱਕ ਪਰਮਾਤਮਾ ਨੂੰ ਮਨੁੱਖ ਨੂੰ ਵਿਖਾ ਦਿੰਦੇ ਆ, ਫਿਰ ਮਨੁੱਖ ਦੇ ਮਨ ਤੇ ਤਨ ਕਰਕੇ ਸੁਖੀ ਹੋ ਜਾਂਦਾ ਹੈ। ਜਿਹੜਾ ਪਰਮਾਤਮਾ ਕਰਤਾ ਹੈ, ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਉਹਦਾ ਮੁੱਲ ਨਹੀਂ ਪੈਣਾ, ਉਹਦਾ ਅੰਤ ਨਹੀਂ ਪੈਣਾ। ਸਦਾ ਵਾਸਤੇ ਗੁਰਮੁਖ ਸਦਾ ਸਲਾਹੀ ਹੈ। ਉਹ ਪਰਮਾਤਮਾ ਦੀ ਸਿਫਤ ਤੇ ਸਲਾਹ, ਉਹਦੇ ਗੁਣ ਗਾਉਣੇ ਚਾਹੀਦੇ ਹਨ। ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਣਾਂ ਦੇ ਨਾਲ ਹੀ ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਵੱਡੇ ਕੀਆਂ ਵਡਿਆਈਆਂ ਕਿਛ ਕਹਿ ਨਾ ਜਾਏ। ਇਹ ਪਰਮਾਤਮਾ ਵੱਡਾ ਹੈ, ਉਹਦੀਆਂ ਵਡਿਆਈਆਂ ਵੱਡੀਆਂ ਜਿਹੜੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਬਖਸ਼ਿਸ਼ ਕਰਨ, ਅੱਗੇ ਤੋਂ ਸਮੱਤ ਤੇ ਸੋਝੀ ਬਖਸ਼ਿਸ਼ ਕਰਨ। ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ। ਸਤਿਗੁਰ ਏਕ ਵਖਾਲਿਆ, ਮਨ ਤਨ ਸੁਖ ਹੋਈ। ਗੁਰਮੁਖ ਸਦਾ ਸਲਾਹੀਐ, ਕਰਤਾ ਕਰੇ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।